गुरु की प्यारी साध संगत जी, सतगुरु नानक देव जी महाराज ਦੇ ਅਵਤਾਰ ਧਾਰਨ ਤੋਂ ਪਹਿਲਾਂ ਗੰਗਨੌਰ ਰਾਜਸਥਾਨ ਵਿੱਚ ਰਾਜਾ ਹੋਇਆ। ਉਸ ਦਾ ਨਾਮ ਪੀਪਾ ਸੀ ਅਤੇ ਬਾਪ ਦੀ ਮੌਤ ਪਿੱਛੋਂ ਉਹ ਰਾਜ ਤਖਤ ਉੱਤੇ ਬੈਠਾ। ਉਹ ਜ਼ੁਬਾਨ ਤੇ ਸੁੰਦਰ ਰਾਜਕੁਮਾਰ ਸੀ। ਵਜ਼ੀਰਾਂ ਦੀਆਂ ਖੁੱਲ ਦਿਲੀਆਂ ਕਰਕੇ ਉਹ ਕੁਝ ਵਾਸ਼ਨਾਵਾਦੀ ਹੋ ਗਿਆ ਤੇ ਉਸਨੇ ਚੜ੍ਹਦੀ ਤੋਂ ਚੜ੍ਹਦੀ ਰਾਣੀ ਨਾਲ ਵਿਆਹ ਕਰਾਇਆ। ਇਸ ਤਰ੍ਹਾਂ ਉਸ ਦੀ ਰੁਚੀ ਵੱਧਦੀ ਗਈ ਤੇ ਕੋਈ 12 ਰਾਜਕੁਮਾਰੀਆਂ ਨਾਲ ਸ਼ਾਦੀਆਂ ਕਰ ਲਈਆਂ। ਉਹਨਾਂ ਵਿੱਚੋਂ ਇੱਕ ਰਾਣੀ ਜਿਸ ਦਾ ਨਾਮ ਸੀਤਾ ਸੀ, ਬਹੁਤ ਹੀ ਸੁੰਦਰ ਸੀ। ਉਸ ਦੀ ਸੁੰਦਰਤਾ ਤੇ ਉਸ ਦੇ ਹਾਵ ਭਾਵ ਤੇ ਰਾਜਾ ਇੰਨਾ ਮੋਹਿਤ ਹੋਇਆ ਕਿ ਦੀਨ ਦੁਨੀਆ ਹੀ ਭੁੱਲ ਗਿਆ। ਉਹ ਉਸ ਦੇ ਨਾਲ ਹੀ ਪਿਆਰ ਕਰਦਾ ਰਹਿੰਦਾ, ਜਿੱਧਰ ਜਾਂਦਾ ਉਸ ਨੂੰ ਦੇਖਦਾ ਰਹਿੰਦਾ। ਉਹ ਵੀ ਰਾਜੇ ਨਾਲ ਪਿਆਰ ਕਰਦੀ। ਜਿੱਥੇ ਪੀਪਾ ਰਾਜਾ ਸੀ ਤੇ ਰਾਜਕਾਜ ਤੋਂ ਬਿਨਾਂ ਇਸਤਰੀ ਰੂਪ ਦਾ ਚਾਹਵਾਨ ਸੀ, ਉੱਥੇ ਦੇਵੀ ਦੁਰਗਾ ਦਾ ਵੀ ਉਪਾਸਕ ਸੀ। ਉਸ ਦੀ ਪੂਜਾ ਕਰਦਾ ਰਹਿੰਦਾ। ਦੁਰਗਾ ਦੀ ਪੂਜਾ ਦੇ ਕਾਰਨ ਆਪਣੇ ਰਾਜ ਭਵਨ ਵਿੱਚ ਕਈਆਂ ਸਾਧੂਆਂ ਤੇ ਭਗਤਾਂ ਨੂੰ ਸੱਦ ਕੇ ਭਜਨ ਸੁਣਦਾ ਤੇ ਭੋਜਨ ਕਰਾਇਆ ਕਰਦਾ ਸੀ। ਰਾਜ ਭਵਨ ਵਿੱਚ ਗਿਆਨ ਚਰਚਾ ਹੁੰਦੀ ਰਹਿੰਦੀ। ਉਸ ਵੇਲੇ ਰਾਣੀਆਂ ਵੀ ਸੁਣਦੀਆਂ ਤੇ ਸਾਧੂ ਤੇ ਬ੍ਰਾਹਮਣਾਂ ਦਾ ਬੜਾ ਸਤਿਕਾਰ ਕਰਦੀਆਂ। ਉਹਨਾਂ ਦਾ ਸਿਲਸਿਲਾ ਇਸੇ ਤਰ੍ਹਾਂ ਤੁਰਿਆ ਗਿਆ। ਇਹ ਸਿਲਸਿਲਾ ਇਸ ਕਰਕੇ ਸੀ ਕਿ ਉਸ ਦੇ ਵੱਡੇ ਵਡੇਰੇ ਐਸਾ ਕਰਦੇ ਆਉਂਦੇ ਸਨ ਤੇ ਕਦੀ ਵੀ ਪੂਜਾ ਤੋਂ ਬਿਨਾਂ ਨਹੀਂ ਸਨ ਰਹਿੰਦੇ। ਉਹਨਾਂ ਨੇ ਰਾਜ ਭਵਨ ਵਿੱਚ ਮੰਦਰ ਤਿਆਰ ਕਰਕੇ ਰੱਖਿਆ ਸੀ। ਉਸ ਸਮੇਂ ਭਾਰਤ ਵਿੱਚ ਵੈਸ਼ਨਵਾਂ ਦਾ ਬਹੁਤ ਜ਼ੋਰ ਸੀ। ਉਹ ਬੁੱਤ ਪੂਜਾ ਦੇ ਨਾਲ ਨਾਲ ਭਗਤੀ ਭਾਵ ਦਾ ਉਪਦੇਸ਼ ਕਰਦੇ ਸਨ। ਸ਼ਹਿਰ ਵਿੱਚ ਵੈਸ਼ਨਵਾਂ ਦੀ ਇੱਕ ਮੰਡਲੀ ਆਈ। ਰਾਜੇ ਦੇ ਸੇਵਕਾਂ ਨੇ ਉਹਨਾਂ ਦਾ ਭਜਨ ਸੁਣਿਆ ਤੇ ਰਾਜੇ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ, ਸ਼ਹਿਰ ਵਿੱਚ ਵੈਸ਼ਨੂ ਭਗਤ ਆਏ ਹਨ। ਹਰੀ ਭਗਤੀ ਦੇ ਗੀਤ ਬੜੇ ਪ੍ਰੇਮ ਤੇ ਰਸੀਲੀ ਜ਼ੁਬਾਨ ਨਾਲ ਗਾਇਨ ਕਰਦੇ ਹਨ। ਇਹ ਸੁਣ ਕੇ ਰਾਜੇ ਨੇ ਉਹਨਾਂ ਦੇ ਦਰਸ਼ਨ ਵਾਸਤੇ ਇੱਛਾ ਪ੍ਰਗਟ ਕੀਤੀ। ਉਹਨਾਂ ਨੇ ਆਪਣੀਆਂ ਰਾਣੀਆਂ ਨੂੰ ਆਖਿਆ। ਰਾਣੀ ਸੀਤਾ ਬੋਲੀ, ਮਹਾਰਾਜ, ਇਸ ਨਾਲੋਂ ਹੋਰ ਚੰਗਾ ਕੀ ਹੋ ਸਕਦਾ ਹੈ? ਜ਼ਰੂਰ ਚੱਲੋ। ਰਾਜਾ ਪੀਪਾ ਪੂਰੀ ਸਲਾਹ ਤੇ ਤਿਆਰੀ ਕਰਕੇ ਸੰਤ ਮੰਡਲੀ ਕੋਲ ਗਿਆ। ਉਸਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਹੇ ਭਗਤ ਜਨੋ, ਆਪ ਮੇਰੇ ਰਾਜ ਮਹਿਲਾ ਵਿੱਚ ਚਰਨ ਪਾਵੋ। ਤੀਵਰ ਇੱਛਾ ਹੈ ਕਿ ਕੁਝ ਭਗਵਾਨ ਮਹਿਮਾ ਸਰਵਣ ਕਰੀਏ ਤੇ ਭੋਜਨ ਭੰਡਾਰਾ ਕਰਕੇ ਆਪ ਦੀ ਸੇਵਾ ਵੀ ਕਰੀਏ। ਕਿਰਪਾ ਕਰੋ, ਬੇਨਤੀ ਪ੍ਰਵਾਨ ਕਰੋ। ਸੰਤ ਮੰਡਲੀ ਦੇ ਮੁਖੀਏ ਨੇ ਅੱਗੋਂ ਉੱਤਰ ਦਿੱਤਾ, ਹੇ ਰਾਜਨ, ਜੇ ਆਪ ਦੀ ਇਹੋ ਇੱਛਾ ਹੈ ਤਾਂ ਐਸਾ ਹੀ ਹੋਏਗਾ। ਸਾਰੀ ਮੰਡਲੀ ਰਾਜ ਭਵਨ ਵਿੱਚ ਜਾਣ ਨੂੰ ਤਿਆਰ ਹੈ। ਭੰਡਾਰੇ ਤੇ ਸਾਧੂਆਂ ਵਾਸਤੇ ਆਸਨ ਦਾ ਪ੍ਰਬੰਧ ਕਰੋ। ਪੀਪਾ ਰਾਜਾ ਸੀ, ਉਸਨੇ ਤਾਂ ਹੁਕਮ ਹੀ ਕਰਨਾ ਸੀ। ਸੇਵਕਾਂ ਨੂੰ ਹੁਕਮ ਦਿੱਤਾ। ਸਾਰੇ ਪ੍ਰਬੰਧ ਹੋ ਗਏ। ਇੱਕ ਬਹੁਤ ਖੁੱਲੀ ਥਾਂ ਵਿੱਚ ਫਰਸ਼ ਵਿਛ ਗਏ ਤੇ ਸੰਤ ਮੰਡਲੀ ਦੇ ਬੈਠਣ ਦਾ ਪ੍ਰਬੰਧ ਕੀਤਾ। ਭੋਜਨ ਦੀ ਤਿਆਰੀ ਵੀ ਹੋਈ। ਸੰਤ ਮੰਡਲੀ ਨੇ ਈਸ਼ਵਰ ਉਪਮਾ ਦਾ ਜਸ ਕੀਤਾ। ਭਜਨ ਗਾਏ ਤਾਂ ਸੁਣ ਕੇ ਪੀਪਾ ਜੀ ਬਹੁਤ ਪ੍ਰਸੰਨ ਹੋਏ। ਸੰਤ ਵੀ ਆਨੰਦ ਮੰਗਲਚਾਰ ਕਰਨ ਲੱਗੇ। ਪਰ ਜਦੋਂ ਸੰਤਾਂ ਨੂੰ ਪਤਾ ਲੱਗਾ ਕਿ ਰਾਜਾ ਨਿਰਾ ਬੁੱਤ ਪੂਜ ਤੇ ਵਾਸ਼ਨਾਵਾਦੀ ਹੈ ਤਾਂ ਉਹਨਾਂ ਨੂੰ ਕੁਝ ਦੁੱਖ ਹੋਇਆ। ਉਹਨਾਂ ਨੇ ਰਾਜੇ ਨੂੰ ਹਰੀ ਭਗਤੀ ਵੱਲ ਲਾਉਣਾ ਚਾਹਿਆ। ਉਹਨਾਂ ਨੇ ਪਰਮਾਤਮਾ ਅੱਗੇ ਸ਼ੁੱਧ ਹਿਰਦੇ ਨਾਲ ਅਰਦਾਸ ਕੀਤੀ, ਰਾਜਾ ਦੁਰਗਾ ਦੀ ਮੂਰਤੀ ਦੀ ਥਾਂ ਉਸ ਦੀ ਮਹਾਨ ਸ਼ਕਤੀ ਦਾ ਪੁਜਾਰੀ ਬਣ ਜਾਏ। ਉਹਨਾਂ ਹਰੀ ਭਗਤਾਂ ਦੀ ਬੇਨਤੀ ਪ੍ਰਭੂ ਪਰਮਾਤਮਾ ਨੇ ਸੁਣੀ। ਰਾਜੇ ਪੀਪੇ ਨੂੰ ਆਪਣਾ ਭਗਤ ਬਣਾਉਣ ਵਾਸਤੇ ਇੱਕ ਸੁਪਨਾ ਲਿਆਂਦਾ। ਉਸ ਸੁਪਨੇ ਦੀ ਪ੍ਰੇਰਨਾ ਰਾਜੇ ਤੇ ਬਹੁਤ ਹੋਈ। ਭਗਤ ਮੰਡਲੀ ਵਿੱਚੋਂ ਉੱਠ ਕੇ ਰਾਜਾ ਪੀਪਾ ਆਪਣੇ ਆਰਾਮ ਕਰਨ ਵਾਲੇ ਸੀਸ ਮਹਿਲ ਵਿੱਚ ਗਿਆ। ਉਹ ਸੀਤਾ ਦੇ ਕੋਲ ਸੌ ਗਿਆ। ਜਿਵੇਂ ਅੱਗੇ ਉਹ ਸੋਇਆ ਕਰਦਾ ਸੀ, ਉਸ ਦਾ
ਪਲੰਗ ਮਖਮਲੀ ਸੀ ਤੇ ਉਸ ਉੱਤੇ ਕਈ ਪ੍ਰਕਾਰ ਦੇ ਫੁੱਲ ਤੇ ਖੁਸ਼ਬੂ ਸੁੱਟੀ ਹੋਈ ਸੀ। ਉਸ ਨੂੰ ਦੀਨ ਦੁਨੀਆ ਦਾ ਗਿਆਨ ਨਹੀਂ ਸੀ। ਉਸ ਰਾਤ ਰਾਜੇ ਨੂੰ ਇੱਕ ਸੁਪਨਾ ਆਇਆ। ਉਹ ਸੁਪਨੇ ਵਿੱਚ ਇਸ ਤਰ੍ਹਾਂ ਸੀ। ਸੁਪਨੇ ਵਿੱਚ ਰਾਜਾ ਜਿਵੇਂ ਸੀਤਾ ਰਾਣੀ ਨਾਲ ਪ੍ਰੇਮ ਕ੍ਰੀੜਾ ਕਰ ਰਿਹਾ ਸੀ। ਉਹ ਮਨ ਮੌਜ ਨਾਲ ਬੈਠੇ ਸਨ ਕਿ ਸੀਸ ਮਹਿਲ ਦੇ ਦਰਵਾਜ਼ੇ ਆਪਣੇ ਆਪ ਖੁੱਲ ਗਏ। ਉਹਨਾਂ ਦੇ ਖੁੱਲਣ ਨਾਲ ਇੱਕ ਡਰਾਉਣੀ ਸ਼ਕਲ ਅੱਗੇ ਵਧੀ। ਜਿਵੇਂ ਰਾਜੇ ਨੇ ਸੁਣਿਆ ਸੀ ਕਿ ਦੈਤ ਹੁੰਦੇ ਹਨ ਤੇ ਦੈਤਾਂ ਦੀ ਸ਼ਕਲ ਵੀ ਸੁਣੀ ਸੀ, ਵੈਸੀ ਹੀ ਉਸ ਦੀ ਸ਼ਕਲ ਸੀ। ਉਹ ਡਰ ਗਿਆ ਤੇ ਉਸ ਦੇ ਜ਼ੁਬਾਨੋਂ ਨਿਕਲਿਆ, ਦੈਤ ਆਇਆ, ਦੈਤ ਆਇਆ। ਉਹ ਤਾਂ ਨਰ ਸਿੰਘ ਵਰਗਾ ਸੀ। ਰਾਜੇ ਦੇ ਕੋਲ ਆ ਕੇ ਉਸ ਦੀ ਡਰਾਉਣੀ ਸ਼ਕਤੀ ਨੇ ਆਖਿਆ, ਹੇ ਰਾਜਾ ਸੁਣ ਲੈ, ਦੁਰਗਾ ਦੀ ਪੂਜਾ ਨਾ ਕਰੀ, ਨਹੀਂ ਤੇ ਤੇਰੀ ਮੌਤ ਹੋ ਜਾਵੇਗੀ। ਇਹੋ ਸੰਦੇਸ਼ ਦੇ ਕੇ ਉਹ ਸ਼ਕਤੀ ਪਿੱਛੇ ਮੁੜ ਗਈ ਅਤੇ ਦਰਵਾਜ਼ੇ ਕੋਲ ਜਾ ਕੇ ਅਲੋਪ ਹੋ ਗਈ। ਉਸ ਦੇ ਜਾਣ ਪਿੱਛੋਂ ਰਾਜਾ ਇੰਨਾ ਭੈਭੀ ਹੋ ਗਿਆ ਕਿ ਉਸ ਦੀ ਨੀਂਦ ਖੁੱਲ ਗਈ। ਸਰੀਰ ਮੁੜਕੋ ਮੁੜਕੀ ਹੋਇਆ ਸੀ ਅਤੇ ਉਸ ਨੇ ਆਪਣੀ ਰਾਣੀ ਸੀਤਾ ਨੂੰ ਜਗਾਇਆ, ਜਿਹੜੀ ਆਰਾਮ ਨਾਲ ਸੁੱਖ ਦੀ ਨੀਂਦ ਸੁੱਤੀ ਸੀ। ਹੇ ਰਾਣੀ ਉੱਠੋ, ਜ਼ਰੂਰ ਉੱਠੋ। ਰਾਣੀ ਉੱਠੀ ਤੇ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਨਾਥ ਕੀ ਆਗਿਆ ਹੈ। ਪੀਪਾ ਜੀ ਬੋਲੇ, ਆਓ ਦੁਰਗਾ ਦੇ ਮੰਦਰ ਚੱਲੀਏ। ਸੀਤਾ ਜੀ ਬੋਲੇ, ਇਸ ਵੇਲੇ ਨਾਥ ਅਜੇ ਤਾਂ ਅੱਧੀ ਰਾਤ ਹੈ, ਦੂਸਰਾ ਇਸ਼ਨਾਨ। ਪੀਪਾ ਜੀ ਬੋਲੇ, ਕੁਝ ਵੀ ਹੋਵੇ ਹੁਣੇ ਹੀ ਜਾਣਾ ਹੈ, ਚੱਲੋ। ਮੇਰਾ ਕਲੇਜਾ ਧੜਕੀ ਜਾਂਦਾ ਹੈ, ਬਹੁਤ ਡਰਾਉਣਾ ਸੁਪਨਾ ਆਇਆ ਹੈ। ਪਤੀਵ੍ਰਿਤਾ ਨਾਰੀ ਸੀਤਾ ਉੱਠੀ, ਉਸ ਦੇ ਨਾਲ ਤੁਰੀ ਤੇ ਮੰਦਰ ਵਿੱਚ ਦੋਵੇਂ ਪੁੱਜੇ। ਰਾਜਾ ਪੀਪਾ ਨੇ ਜਾਂਦਿਆਂ ਹੀ ਦੁਰਗਾ ਦੇਵੀ ਦੇ ਬੁੱਤ ਅੱਗੇ ਆਪਣਾ ਆਪ ਸੁੱਟਿਆ ਤਾਂ ਅੱਗੋਂ ਆਵਾਜ਼ ਆਈ, ਮੈਂ ਪੱਥਰ ਹਾਂ, ਹਰੀ ਭਗਤੀ ਵਾਸਤੇ ਸੰਤਾਂ ਦੇ ਲੜ ਲੱਗ, ਦੌੜ ਜਾ। ਐਸੀ ਭਾਖਿਆ ਸੁਣ ਕੇ ਰਾਜਾ ਉੱਠ ਬੈਠਾ। ਉਹ ਇੱਕ ਕਿਸਮ ਦਾ ਡਰ ਗਿਆ ਸੀ। ਉਸਨੇ ਸੀਤਾ ਨੂੰ ਨਾਲ ਲਿਆ ਤੇ ਮੁੜ ਆਪਣੇ ਅਸਥਾਨ ਤੇ ਆ ਗਿਆ। ਸੰਤਾਂ ਨਾਲ ਗੱਲਾਂ ਕਰਦਿਆਂ ਦਿਨ ਚੜਾ ਦਿੱਤਾ ਤੇ ਸਵੇਰ ਹੋਈ ਤਾਂ ਇਸ਼ਨਾਨ ਕਰਕੇ ਪੂਜਾ ਦੀ ਸਮੱਗਰੀ ਲੈ ਸੰਤਾਂ ਨੂੰ ਮਿਲਣ ਜਾਣ ਲਈ ਤਿਆਰ ਹੋ ਗਏ। ਸੁਪਨੇ ਵਿੱਚ ਮਿਲੀ ਭਾਖਿਆ ਨਾਲ ਰਾਜੇ ਦੇ ਜੀਵਨ ਵਿੱਚ ਇੱਕ ਭਾਰੀ ਪਰਿਵਰਤਨ ਆ ਗਿਆ। ਉਹ ਤਾਂ ਤਰਲੇ ਲੈਣ ਲੱਗਾ। ਦੁਰਗਾ ਦੇ ਮੰਦਰ ਦਾ ਪੁਜਾਰੀ ਆਇਆ। ਉਸਨੇ ਬੇਨਤੀ ਕੀਤੀ। ਰਾਜੇ ਨੇ ਦੁਰਗਾ ਦੇ ਮੰਦਰ ਜਾਣ ਤੋਂ ਨਾ ਕਰ ਦਿੱਤੀ ਤੇ ਸੰਤਾਂ ਵੱਲ ਤੁਰ ਪਿਆ। ਜਿੰਨੀ ਛੇਤੀ ਹੋ ਸਕਿਆ ਓਨੀ ਛੇਤੀ ਉਹ ਪਹੁੰਚ ਗਿਆ ਤੇ ਮੁਖੀ ਸੰਤ ਅੱਗੇ ਜਾ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਹਰੀ ਨਾਲ ਸਿਮਰਨ ਦਾ ਰਾਹ ਦੱਸੋ। ਤੁਸਾਂ ਦੇ ਦਰਸ਼ਨ ਕਰਨ ਨਾਲ ਮੇਰੇ ਮਨ ਵਿਰਾਗ ਉਤਪੰਨ ਹੋ ਗਿਆ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ, ਨਾ ਦਿਨੇ ਚੈਨ। ਕਿਰਪਾ ਕਰੋ ਹੇ ਦਾਤਾ, ਮੈਂ ਤਾਂ ਇੱਕ ਭਿਖਾਰੀ ਹਾਂ। ਰਾਜੇ ਦੀ ਐਸੀ ਵਿਹਵਲਤਾ ਤੱਕ ਕੇ ਸੰਤਾਂ ਦੇ ਮਨ ਮੇਰ ਆਈ। ਉਹ ਆਖਣ ਲੱਗੇ, ਹੇ ਰਾਜਨ, ਇਹ ਤਾਂ ਪਰਮਾਤਮਾ ਦੀ ਅਪਾਰ ਕਿਰਪਾ ਹੈ ਜੋ ਆਪ ਨੂੰ ਐਸਾ ਵਿਰਾਗ ਉਤਪੰਨ ਹੋ ਗਿਆ। ਪਰ ਜਿਸ ਨੇ ਬਖਸ਼ਿਸ਼ ਕਰਨੀ ਹੈ ਉਹ ਇੱਥੇ ਨਹੀਂ, ਉਹ ਤਾਂ ਕਾਸ਼ੀ ਵਿੱਚ ਹੈ। ਉਹਨਾਂ ਦਾ ਨਾਮ ਹੈ ਗੁਰੂ ਰਾਮਾਨੰਦ ਗੁਸਾਈ। ਉਹਨਾਂ ਪਾਸ ਚਲੇ ਜਾਓ। ਇਹ ਸੁਣ ਕੇ ਰਾਜੇ ਨੇ ਸੀਤਾ ਸਮੇਤ ਤਿਆਰੀ ਕੀਤੀ। ਉਹ ਕਾਸ਼ੀ ਵੱਲ ਤੁਰ ਪਿਆ ਤੇ ਉਸ ਦਾ ਮਨ ਵਿਹਵਲਤਾ ਨਾਲ ਇਉਂ ਪੁਕਾਰੀ ਜਾਂਦਾ ਸੀ। ਰਾਜੇ ਪੀਪੇ ਦੀ ਐਸੀ ਅਵਸ਼ਤਾ ਹੋ ਗਈ। ਉਹ ਅਧੀਨਤਾ ਨਾਲ ਇਉਂ ਬੇਨਤੀਆਂ ਕਰਦਾ ਜਾਣ ਲੱਗਾ, ਹੇ ਦਾਤਾ ਕਿਰਪਾ ਕਰ, ਮੇਲ ਲੈ ਨਿਮਾਣਾ। ਤੁਸਾਂ ਦੇ ਦੁਆਰੇ ਆ ਕੇ ਟਹਿ ਪਿਆ ਹਾਂ। ਹੁਣ ਹੋਰ ਤਾਂ ਕੋਈ ਆਸਰਾ ਨਹੀਂ। ਮਿਹਰ ਕਰ ਪ੍ਰਭੂ। ਹੇ ਦਾਤਾ, ਆਪ ਭਗਤਾਂ ਦੇ ਰੱਖਣਹਾਰ ਮਾਲਕ ਹੋ। ਆਪ ਦਾ ਬਿਦਰ ਪਤੀਤਾਂ ਦਾ ਉਧਾਰ ਕਰਨਾ ਹੈ। ਤੁਸਾਂ ਤੋਂ ਬਿਨਾ ਕੋਈ ਨਹੀਂ। ਤੁਸੀਂ ਦਾਤਾ ਹੋ, ਆਪਣਾ ਹੱਥ ਦੇ ਕੇ ਰੱਖੋ।
ਤੇ ਭਵ ਸਾਗਰ ਤੋਂ ਪਾਰ ਕਰੋ। ਮਿਹਰ ਕਰੋ ਦਾਤਾ, ਆਪ ਤੋਂ ਬਿਨਾ ਕੋਈ ਭਵ ਸਾਗਰ ਤੋਂ ਪਾਰ ਨਹੀਂ ਕਰ ਸਕਦਾ। ਐਸੀਆਂ ਵਿਆਕੁਲ ਆਤਮਾਵਾਂ ਵਾਵਤ ਸਤਿਗੁਰੂ ਮਹਾਰਾਜ ਦੀ ਬਾਣੀ ਹੈ। ਇਉਂ ਵਿਆਕੁਲਤਾ ਨਾਲ ਪ੍ਰਭੂ ਵੱਲ ਧਿਆਨ ਕਰਦਾ ਹੋਇਆ ਪੀਪਾ ਚੱਲ ਪਿਆ। ਉਸ ਨੂੰ ਐਸੀ ਲਗਨ ਲੱਗੀ ਕਿ ਉਸ ਨੂੰ ਸੀਤਾ ਦੇ ਤਨ ਦਾ ਪਿਆਰ ਵੀ ਘਟਦਾ ਨਜ਼ਰ ਆਉਣ ਲੱਗਾ। ਉਹ ਧਿਆਨ 'ਚ ਮਗਨ ਕਾਸ਼ੀ ਪੁੱਜ ਗਿਆ। ਤ੍ਰਿਕਾਲ ਦਰਸ਼ੀ ਸਵਾਮੀ ਰਾਮਾਨੰਦ ਵੀ ਪਰਤਕਾਲ ਗੰਗਾ ਇਸ਼ਨਾਨ ਕਰਨ ਜਾਂਦੇ ਸਨ। ਜਦੋਂ ਗੰਗਾ ਇਸ਼ਨਾਨ ਕਰਕੇ ਆ ਰਹੇ ਸਨ ਤਾਂ ਉਹਨਾਂ ਨੇ ਸੁਣਿਆ ਕਿ ਗੰਗਨੌਰ ਦਾ ਰਾਜਾ ਪੀਪਾ ਭਗਤ ਕਾਸ਼ੀ ਵਿੱਚ ਆਇਆ ਹੈ ਤੇ ਉਹਨਾਂ ਨੂੰ ਹੀ ਲੱਭਦਾ ਹੈ। ਉਹਨਾਂ ਨੇ ਇਹ ਵੀ ਦੇਖਿਆ ਕਿ ਉਹਨਾਂ ਦੇ ਆਸ਼ਰਮ ਕੋਲ ਸ਼ਾਹੀ ਠਾਠ ਸੀ। ਹਾਥੀ ਘੋੜੇ ਗੱਡੇ ਤੇ ਤੰਬੂ ਲੱਗੇ ਸਨ। ਸੇਵਕ ਨੂੰ ਪੁੱਛਿਆ ਤਾਂ ਉਸ ਵੀ ਆਖਿਆ, ਮਹਾਰਾਜ ਗੰਗਨੌਰ ਦਾ ਰਾਜਾ ਆਇਆ ਹੈ। ਸਵਾਮੀ ਜੀ ਨੇ ਆਸ਼ਰਮ ਦੇ ਬਾਹਰਲੇ ਫਾਟਕ ਨੂੰ ਬੰਦ ਕਰਾ ਦਿੱਤਾ ਤੇ ਆਗਿਆ ਕੀਤੀ ਕਿ ਦਰਸ਼ਨ ਵਾਸਤੇ ਆਗਿਆ ਲਏ ਬਿਨਾ ਕੋਈ ਨਾ ਆਵੇ। ਐਸੀ ਤਾਕੀਦ ਕੀਤੀ, ਉਸ ਤੇ ਅਮਲ ਹੋ ਗਿਆ। ਰਾਜਾ ਪੀਪਾ ਜਦੋਂ ਦਰਸ਼ਨਾਂ ਵਾਸਤੇ ਚੱਲਿਆ ਤਾਂ ਫਾਟਕ ਬੰਦ ਤੇ ਅੱਗੋਂ ਜਵਾਬ ਮਿਲਿਆ, ਗੁਰੂ ਦੀ ਆਗਿਆ ਲੈਣੀ ਜ਼ਰੂਰੀ ਹੈ, ਐਸਾ ਕਰਨਾ ਹੋਏਗਾ। ਆਗਿਆ ਪ੍ਰਾਪਤ ਕਰਨ ਵਾਸਤੇ ਸੇਵਕ ਗਿਆ। ਉਹ ਮੁੜ ਕੇ ਆਇਆ ਤਾਂ ਉਸ ਨੇ ਸੁਨੇਹਾ ਦਿੱਤਾ, ਹੇ ਰਾਜਨ, ਸਵਾਮੀ ਜੀ ਆਗਿਆ ਕਰਦੇ ਹਨ। ਅਸੀਂ ਗਰੀਬ ਹਾਂ, ਰਾਜਾ ਨਾਲ ਸਾਡਾ ਕੀ ਮੇਲ। ਚੰਗਾ ਹੈ ਉਹ ਕਿਸੇ ਮੰਦਰ ਵਿੱਚ ਜਾ ਕੇ ਲੀਲਾ ਕਰਨ, ਰਾਜਾ ਨਾਲ ਅਸਾਂ ਦਾ ਮੇਲ ਨਹੀਂ ਹੋ ਸਕਦਾ। ਰਾਜਾ ਪੀਪਾ ਵਹਿਵਲ ਹੋ ਚੁੱਕਿਆ ਸੀ। ਉਸਨੇ ਉਸ ਵੇਲੇ ਹੁਕਮ ਕੀਤਾ, ਜੋ ਕੁਝ ਕੋਲ ਹੈ ਸਭ ਵੰਡ ਦਿੱਤਾ ਜਾਏ। ਹਾਥੀ ਘੋੜੇ ਸਮਾਨ ਮੰਤਰੀ ਵਾਪਸ ਲੈ ਜਾਣ ਤੇ ਤਿੰਨਾਂ ਕੱਪੜਿਆਂ ਵਿੱਚ ਸੀਤਾ ਤੇ ਮੈਂ ਰਹਾਂਗੇ। ਪੀਪਾ ਦੇ ਕਰਮਚਾਰੀਆਂ ਨੇ ਐਸਾ ਹੀ ਕੀਤਾ। ਸੀਤਾ ਤੇ ਰਾਜੇ ਦੇ ਤਨ ਦੇ ਕੱਪੜੇ ਰਹਿ ਗਏ। ਹਾਥੀ ਘੋੜੇ ਤੰਬੂ ਸਭ ਵਾਪਸ ਤੋਰ ਦਿੱਤੇ। ਧਨ ਪਦਾਰਥ ਗਰੀਬਾਂ ਨੂੰ ਵੰਡ ਦਿੱਤਾ। ਪਿਆਰ ਰੱਖਿਆ ਪ੍ਰਭੂ ਨਾਲ, ਵਿਆਕੁਲਤਾ ਕਾਇਮ ਰੱਖੀ। ਹਿਰਦੇ ਵਿੱਚ ਫਾਟਕ ਅੱਗੇ ਜਾ ਖਲੋਤਾ। ਫਿਰ ਬੇਨਤੀ ਕਰ ਭੇਜੀ, ਮਹਾਰਾਜ ਆਪ ਦੇ ਦਰਸ਼ਨ ਚਾਹੀਦੇ ਹਨ, ਆਤਮਾ ਬਹੁਤ ਵਿਆਕੁਲ ਹੈ। ਸਵਾਮੀ ਜੀ ਨੇ ਹੋਰ ਪਰਖਣਾ ਸੀ ਕਿ ਕਿਤੇ ਐਵੇਂ ਤਾਂ ਨਹੀਂ ਕਰਦਾ। ਉਹਨਾਂ ਨੇ ਆਖ ਭੇਜਿਆ, ਬਹੁਤ ਕਾਲਾ ਹੈ ਤਾਂ ਖੂਹ ਵਿੱਚ ਛਾਲ ਮਾਰੇ, ਉੱਥੋਂ ਛੇਤੀ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਸੇਵਕ ਨੇ ਇਉਂ ਹੀ ਆਖਿਆ। ਪੀਪਾ ਜੀ ਨੇ ਸੁਣਿਆ। ਪੀਪਾ ਭਗਤ ਤਾਂ ਉਸ ਵੇਲੇ ਗੁਰੂ ਦਰਸ਼ਨ ਲਈ ਇੰਨਾ ਉਤਾਵਲਾ ਸੀ ਕਿ ਉਹ ਆਪਣੇ ਤਨ ਨੂੰ ਚਰਵਾ ਸਕਦਾ ਸੀ। ਸੁਣਦੇ ਸਾਰ ਉਹ ਕੋਈ ਖੂਹ ਲੱਭਣ ਵੱਲ ਨੱਠ ਉੱਠਿਆ। ਉਸ ਦੇ ਪਿੱਛੇ ਉਸ ਦੀ ਸੱਤਵੰਤੀ ਨਾਰੀ ਸੀਤਾ ਵੀ ਦੌੜ ਪਈ। ਉਹ ਖੂਹ ਵਿੱਚ ਡਿੱਗੇਗਾ। ਖੂਹ ਵਿੱਚ ਡਿੱਗਣ ਨਾਲ ਛੇਤੀ ਦਰਸ਼ਨ ਹੋ ਸਕਦੇ ਹਨ। ਇਉਂ ਬੋਲਦਾ ਹੋਇਆ ਉਹ ਨੱਠ ਗਿਆ। ਰੌਲਾ ਪੈ ਗਿਆ। ਪੁੱਤਰ ਸਵਾਮੀ ਰਾਮਾਨੰਦ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਦੇਖਿਆ ਕਿ ਪੀਪਾ ਜੀ ਨੂੰ ਸੱਚ ਹੀ ਹਰੀ ਦਾ ਪਿਆਰ ਹੋ ਗਿਆ ਹੈ, ਭਗਤ ਬਣੇਗਾ। ਇਸ ਵਾਸਤੇ ਉਹਨਾਂ ਨੇ ਐਸੀ ਮਾਇਆ ਵਰਤਾਈ ਕਿ ਪੀਪਾ ਜੀ ਨੂੰ ਖੂਹੀ ਕੋਈ ਨਾ ਲੱਭਾ। ਉਹ ਨੱਠਾ ਫਿਰਦਾ ਰਿਹਾ। ਰਾਣੀ ਉਸ ਦੇ ਪਿੱਛੇ ਹੌਲੀ ਹੌਲੀ ਉਹ ਖਲੋ ਗਿਆ। ਉਹਨਾਂ ਨੂੰ ਸਵਾਮੀ ਰਾਮਾਨੰਦ ਜੀ ਦੇ ਭੇਜੇ ਹੋਏ ਚੇਲੇ ਮਿਲੇ ਜੋ ਉੱਥੇ ਪਹੁੰਚ ਗਏ। ਉਹਨਾਂ ਜਾ ਸੁਨੇਹਾ ਦਿੱਤਾ, ਹੇ ਰਾਜਨ, ਆਪ ਨੂੰ ਗੁਰੂ ਜੀ ਯਾਦ ਕਰ ਰਹੇ ਹਨ, ਗੁਰੂ ਜੀ ਸੱਦ ਰਹੇ ਹਨ। ਵਾਹ ਵਾਹ ਮੇਰੇ ਧੰਨ ਭਾਗ, ਜੋ ਮੈਨੂੰ ਯਾਦ ਕੀਤਾ। ਮੈਂ ਪਾਪੀ ਪੀਪਾ, ਆਖਦਾ ਹੋਇਆ ਪੀਪਾ ਜੀ ਚੇਲਿਆਂ ਦੇ ਨਾਲ ਤੁਰ ਪਿਆ ਤੇ ਗੁਰੂ ਰਾਮਾਨੰਦ ਜੀ ਪਾਸ ਆ ਪੁੱਜਾ। ਦੰਡਵਤ ਹੋ ਕੇ ਚਰਨਾਂ ਉੱਤੇ ਮੱਥਾ ਟੇਕਿਆ। ਚਰਨ ਫੜ ਕੇ ਤਰਲਾ ਕੀਤਾ, ਮਹਾਰਾਜ ਇਸ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸੋ। ਈਸ਼ਵਰ ਪੂਜਾ ਵੱਲ ਲਾਓ। ਮੈਂ ਤਾਂ ਦੁਰਗਾ ਦੀ ਮੂਰਤੀ ਦਾ ਪੁਜਾਰੀ ਰਿਹਾ, ਪਰ ਨਾਰੀ ਰੂਪ ਨੇ ਮੈਨੂੰ ਅਗਿਆਨਤਾ ਦੇ ਖਾਤੇ ਵਿੱਚ ਸੁੱਟ ਛੱਡਿਆ। ਉਠੋ, ਰਾਮ ਨਾਮ ਕਹੋ,
ਉਠੋ। ਸਵਾਮੀ ਰਾਮਾਨੰਦ ਜੀ ਨੇ ਹੁਕਮ ਕਰ ਦਿੱਤਾ ਤੇ ਬਾਹੋਂ ਫੜ ਕੇ ਪੀਪਾ ਜੀ ਨੂੰ ਉਠਾਇਆ। ਪੀਪਾ ਰਾਮ ਨਾਮ ਦਾ ਸਿਮਰਨ ਕਰਨ ਲੱਗ ਪਿਆ। ਸਵਾਮੀ ਰਾਮਾਨੰਦ ਜੀ ਨੇ ਚਰਨੀ ਲਾ ਲਿਆ। ਦੇਖ ਭਗਤਾ, ਅੱਜ ਤੋਂ ਰਾਜ ਦਾ ਹੰਕਾਰ ਨਹੀਂ ਹੋਣਾ ਚਾਹੀਦਾ। ਰਾਜ ਬੇਸ਼ੱਕ ਕਰ, ਪਰ ਹਰੀ ਭਜਨ ਕਰੀ ਜਾਣਾ, ਸਾਧੂ ਸੰਤ ਦੀ ਸੇਵਾ ਕਰਨੀ, ਗਰੀਬ ਗੁਰਬੇ ਨੂੰ ਤੰਗ ਨਹੀਂ ਕਰਨਾ। ਐਸਾ ਹੀ ਪਿਆਰ ਜਤਾਉਣਾ। ਜਦੋਂ ਪ੍ਰਜਾ ਸੁਖੀ ਹੋਏਗੀ, ਅਸੀਂ ਤੁਸਾਂ ਕੋਲ ਆਵਾਂਗੇ। ਤੁਸਾਂ ਨੂੰ ਕਾਸ਼ੀ ਆਉਣ ਦੀ ਲੋੜ ਨਹੀਂ। ਰਾਮ ਨਾਮ ਦਾ ਲੜ ਨਾ ਛੱਡਣਾ। ਰਾਮ ਨਾਮ ਹੀ ਸਭ ਕੁਝ ਹੈ। ਪੀਪਾ ਜੀ ਉੱਠ ਬੈਠੇ। ਉਸ ਦੀ ਸੁੱਤੀ ਆਤਮਾ ਜਾਗ ਪਈ। ਰਾਮਾਨੰਦ ਜੀ ਪਾਸੋਂ ਦੀਖਿਆ ਲੈ ਕੇ ਉਸ ਦਾ ਸਿੱਸ ਬਣ ਗਿਆ। ਪੂਰੀ ਸਿੱਖਿਆ ਲੈ ਕੇ ਆਪਣੇ ਸ਼ਹਿਰ ਗੰਗਨੌਰ ਵੱਲ ਮੁੜ ਪਿਆ। ਉਸ ਦੀ ਕਾਇਆ ਬਦਲ ਗਈ, ਸੁਭਾਅ ਬਦਲ ਗਿਆ ਤੇ ਕਰਮ ਬਦਲਿਆ। ਹੱਥ ਵਿੱਚ ਮਾਲਾ ਤੇ ਖੜਤਾਲਾ ਫੜ ਲਈਆਂ। ਹਰੀ ਭਗਵਾਨ ਦਾ ਜਸ ਕਰਨ ਲੱਗਾ। ਪੀਪਾ ਜੀ ਆਪਣੇ ਰਾਜ ਵਿੱਚ ਆ ਪੁੱਜੇ। ਉਹਨਾਂ ਨੇ ਭਗਤੀ ਕਰਨ ਦੇ ਨਾਲ ਸਾਧੂ ਸੰਤਾਂ ਦੀ ਸੇਵਾ ਕਰਨੀ ਆਰੰਭੀ। ਗਰੀਬ ਗੁਰਬੇ ਲਈ ਲੰਗਰ ਲਵਾ ਦਿੱਤੇ ਅਤੇ ਕੀਰਤਨ ਮੰਡਲੀਆਂ ਕਾਇਮ ਕਰ ਦਿੱਤੀਆਂ। ਰਾਜ ਭਾਵ ਦਾ ਕੰਮ ਮੰਤਰੀਆਂ ਉੱਤੇ ਛੱਡ ਦਿੱਤਾ। ਸੀਤਾ ਜੀ ਤੋਂ ਬਿਨਾਂ ਬਾਕੀ ਰਾਣੀਆਂ ਨੂੰ ਰਾਜ ਮਹਿਲ ਵਿੱਚ ਖਰਚ ਦੇ ਕੇ ਭਗਤੀ ਕਰਨ ਵਾਸਤੇ ਆਖਿਆ। ਇਉਂ ਉਹਨਾਂ ਦੇ ਭਗਤੀ ਕਰਨ ਵਿੱਚ ਕੋਈ ਫਰਕ ਨਾ ਪਿਆ, ਪਰ ਉਹ ਗੁਰੂ ਦਰਸ਼ਨ ਵਾਸਤੇ ਵਿਆਕੁਲ ਹੋਣ ਲੱਗੇ। ਉਹਨਾਂ ਦੀ ਵਿਆਕੁਲਤਾ ਜ਼ੋਰਾਂ ਉੱਤੇ ਹੋ ਗਈ ਤਾਂ ਇੱਕ ਦਿਨ ਰਾਮਾਨੰਦ ਜੀ ਨੇ ਕਾਛੀ ਵਿੱਚ ਬੈਠਿਆਂ ਹੀ ਉਹਨਾਂ ਦੇ ਮਨ ਦੀ ਗੱਲ ਜਾਣ ਲਈ। ਉਹਨਾਂ ਨੇ ਹੁਕਮ ਦਿੱਤਾ ਕਿ ਉਹ ਗੰਗਨੌਰ ਦਾ ਦੌਰਾ ਕਰਨਗੇ। ਉਹਨਾਂ ਦੇ ਹੁਕਮ ਤੇ ਉਸੇ ਵੇਲੇ ਅਮਲ ਹੋ ਗਿਆ। ਉਹ ਕਾਸ਼ੀ ਤੋਂ ਚੱਲ ਪਏ ਤੇ ਉਹਨਾਂ ਦੇ ਨਾਲ ਕਈ ਚੇਲੇ ਤੁਰ ਪਏ। ਚੰਗਾ ਜਥਾ ਬਣ ਕੇ ਉਹ ਗੰਗਨੌਰ ਪੁੱਜ ਗਏ। ਖਬਰਾਂ ਪੁੱਜ ਗਈਆਂ, ਗੁਰੂ ਰਾਮਾਨੰਦ ਜੀ ਆ ਰਹੇ ਹਨ। ਰਾਜੇ ਭਗਤ ਪੀਪੇ ਤੇ ਉਸਦੀ ਪਤਨੀ ਨੂੰ ਚਾਹ ਚੜ ਗਏ। ਉਹ ਬਹੁਤ ਹੀ ਪ੍ਰਸੰਨ ਚਿੱਤ ਹੋ ਕੇ ਮੰਗਲਚਾਰ ਤੇ ਸਵਾਗਤ ਕਰਨ ਲੱਗੇ। ਉਹਨਾਂ ਦੇ ਸਵਾਗਤ ਦਾ ਢੰਗ ਵੀ ਅਨੋਖਾ ਹੋਇਆ। ਕੀਰਤਨ ਮੰਡਲੀ ਤਿਆਰ ਕੀਤੀ ਗਈ। ਭੰਡਾਰੇ ਦੇਣ ਦਾ ਪ੍ਰਬੰਧ ਕੀਤਾ ਗਿਆ। ਸ਼ਹਿਰ ਨੂੰ ਸਜਾਇਆ ਗਿਆ ਤੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਗੁਰੂਦੇਵ ਦਾ ਸਵਾਗਤ ਕਰਨ, ਦਰਸ਼ਨ ਕਰਨ, ਕਿਉਂਕਿ ਗੁਰਮੁਖਾਂ ਮਹਾਤਮਾਵਾਂ ਦੇ ਦਰਸ਼ਨ ਕਰਨ ਨਾਲ ਕਲਿਆਣ ਹੁੰਦੀ ਹੈ। ਐਸੇ ਮਹਾਤਮਾ ਦੇ ਦਰਸ਼ਨ ਦੁਰਲਭ ਹਨ। ਵੱਡੇ ਭਾਗ ਹੋਣ ਤਾਂ ਦਰਸ਼ਨ ਹੁੰਦੇ ਹਨ, ਜਿਵੇਂ ਸਤਿਗੁਰੂ ਜੀ ਫਰਮਾਉਂਦੇ ਹਨ। ਜਿਨ੍ਹਾਂ ਵੱਡਭਾਗੀ ਪੁਰਸ਼ਾਂ ਨੇ ਚਾਨਣ ਕਰਨ ਵਾਲੇ ਗੁਰੂ ਦੀ ਸੇਵਾ ਕੀਤੀ ਹੈ, ਉਹਨਾਂ ਦੇ ਸਭ ਪਾਪ ਕੱਟੇ ਗਏ। ਜਿਨ੍ਹਾਂ ਗੁਰਮੁਖਾਂ ਦਾ ਮਨ ਪ੍ਰਭੂ ਚਰਨ ਕਮਲਾਂ ਦੇ ਪਿਆਰ ਵਿੱਚ ਰਤਾ ਹੈ, ਉਹਨਾਂ ਪੁਰਸ਼ਾਂ ਨੂੰ ਸੋਗ ਦੀ ਅੱਗ ਨਹੀਂ ਸਤਾਉਂਦੀ। ਭਾਵ ਸੰਸਾਰ ਸਾਗਰ ਨੂੰ ਸਾਧੂ ਸੰਗਤ ਨਾਲ ਹੀ ਤਰਿਆ ਜਾ ਸਕਦਾ ਹੈ। ਇਸੇ ਵਾਸਤੇ ਆਖਦੇ ਹਨ ਕਿ ਉਹ ਪ੍ਰਮਾਤਮਾ ਜਿਹੜਾ ਨਿਰਭਉ ਹੈ, ਉਸ ਦੇ ਨਾਮ ਦਾ ਸਿਮਰਨ ਕਰੋ। ਪ੍ਰਭੂ ਨਾਮ ਸਿਮਰਨ ਨਾਲ ਜਿਨ੍ਹਾਂ ਪਰਾਇਆ ਤਨ ਚੁਰਾਇਆ ਹੈ, ਜਿਨ੍ਹਾਂ ਮਾੜੇ ਕਰਮ ਕੀਤੇ ਹਨ, ਉਹਨਾਂ ਦੇ ਨੇੜੇ ਵੀ ਜਮ ਨਹੀਂ ਆਉਂਦਾ, ਕਿਉਂਕਿ ਵਾਹਿਗੁਰੂ ਨੇ ਮਿਹਰ ਕਰਕੇ ਤ੍ਰਿਸ਼ਨਾ ਦੀ ਅੱਗ ਮੱਠੀ ਕਰ ਦਿੱਤੀ ਹੈ। ਗੁਰੂ ਦੀ ਸ਼ਰਨ ਆਉਣ ਕਰਕੇ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੈ। ਐਸੇ ਹਨ ਗੁਰੂ ਦਰਸ਼ਨ ਜੋ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਹਨ। 2-3 ਕੋ ਅੱਗੋਂ ਰਾਜਾ ਆਪਣੇ ਗੁਰਦੇਵ ਨੂੰ ਆ ਮਿਲਿਆ। ਉਸਨੇ ਬੇਨਤੀ ਕਰਕੇ ਆਪਣੇ ਗੁਰਦੇਵ ਨੂੰ ਪਾਲਕੀ ਵਿੱਚ ਬਿਠਾਇਆ ਤੇ ਸਤਿਕਾਰ ਨਾਲ ਰਾਜ ਭਵਨ ਵਿੱਚ ਲੈ ਕੇ ਗਿਆ। ਚਰਨ ਅੰਮ੍ਰਿਤ ਪੀਤਾ, ਸੇਵਾ ਕਰਕੇ ਪੀਪਾ ਨਿਹਾਲ ਹੋਇਆ। ਕੀਰਤਨ ਹੁੰਦਾ ਰਿਹਾ। ਕਈ ਦਿਨ ਹਰੀ ਜਸ ਹੋਇਆ ਤਾਂ ਸਵਾਮੀ ਰਾਮਾਨੰਦ ਜੀ ਨੇ ਜਾਣ ਦੀ ਇੱਛਾ ਪ੍ਰਗਟ ਕੀਤੀ ਤੇ ਪੀਪਾ ਨੇ ਬੜੀ ਨਿਮਰ ਮਾਨਤਾ ਨਾਲ ਇਉਂ ਬੇਨਤੀ ਕੀਤੀ, ਹੇ ਪ੍ਰਭੂ, ਬੇਨਤੀ ਹੈ ਕਿ ਇਸ ਰਾਜ ਭਾਗ ਵਿੱਚੋਂ ਮਨ ਉਚਾਟ ਹੋ ਗਿਆ ਹੈ। ਇਹ ਰਾਜ ਭਾਗ ਹਉਮੈ ਤੇ
ਭੈ ਦਾ ਕਾਰਨ ਹੈ। ਇਸ ਦਾ ਤਿਆਗ ਕਰਕੇ ਆਪ ਦੇ ਨਾਲ ਜਾਣਾ ਚਾਹੁੰਦਾ ਹਾਂ। ਆਤਮਾ ਪਰਮਾਤਮਾ ਨਾਲ ਕਦੀ ਜੁੜੇ, ਹੁਕਮ ਕਰੋ। ਹੇ ਰਾਜਨ, ਇਹ ਦੇਖ ਲਓ, ਸੰਨਿਆਸ ਧਾਰਨਾ ਕਸ਼ਟਾਂ ਵਿੱਚ ਪੈਣਾ ਹੈ। ਬੜੇ ਭਿਆਨਕ ਕਸ਼ਟ ਉਠਾਉਣੇ ਪੈਂਦੇ ਹਨ। ਨੱਠ ਭੁੱਖ ਨਾਲ ਮੁਕਾਬਲਾ ਰਹਿੰਦਾ ਹੈ। ਜੰਗਲਾਂ ਵਿੱਚ ਨੰਗੇ ਪੈਰੀ ਚੱਲਣਾ ਪੈਂਦਾ ਹੈ। ਤੜਕੇ ਉੱਠ ਕੇ ਸੀਤਲ ਜਲ ਨਾਲ ਇਸ਼ਨਾਨ ਹੁੰਦੇ ਹਨ। ਐਸੀ ਹੀ ਕਿਰਤ ਹੈ। ਹਉਮੈ ਦਾ ਤਿਆਗ ਕਰਨਾ ਪੈਂਦਾ ਹੈ। ਪ੍ਰਭੂ ਕਈ ਵਾਰ ਪ੍ਰੀਖਿਆ ਕਰਦਾ ਹੈ। ਪ੍ਰੀਖਿਆ ਵੀ ਅਨੋਖੇ ਢੰਗ ਨਾਲ ਹੁੰਦੀ ਹੈ। ਜੇ ਤਾਂ ਐਸਾ ਮਨ ਕਰਦਾ ਹੈ ਤਾਂ ਚੱਲ ਪਓ ਨਾਲ। ਪੀਪਾ ਗੁਰਦੇਵ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਰਾਜ ਭਵਨ ਵਿੱਚ ਗਿਆ। ਕੀਮਤੀ ਵਸਤਰ ਉਤਾਰ ਦਿੱਤੇ ਤੇ ਕਫਨੀ ਤਿਆਰ ਕਰਵਾ ਕੇ ਗਲ ਪਾ ਲਈ। ਵੈਰਾਗੀ ਸਾਧੂ ਬਣ ਗਿਆ। ਉਸਨੇ ਰਾਣੀਆਂ ਤੇ ਰਾਣੀਆਂ ਦੀ ਸਤਾਨ ਨੂੰ ਰਾਜ ਭਾਗ ਸੌਂਪ ਦਿੱਤਾ। ਛੋਟੀ ਰਾਣੀ ਸੀਤਾ ਦੇ ਹੱਟ ਕਰਨ ਤੇ ਉਸ ਨੂੰ ਵੈਰਾਗਣ ਬਣਾ ਕੇ ਨਾਲ ਲੈ ਤੁਰਿਆ। ਵੈਸ਼ਨਵ ਸੰਨਿਆਸੀਆਂ ਵਿੱਚ ਨਾਰੀ ਨੂੰ ਦੂਰ ਰਹਿਣ ਦੀ ਆਗਿਆ ਹੁੰਦੀ ਹੈ, ਪਰ ਸਵਾਮੀ ਰਾਮਾਨੰਦ ਜੀ ਸੀਤਾ ਜੀ ਦੀ ਪਤੀ ਭਗਤੀ ਤੇ ਪ੍ਰਭੂ ਪਿਆਰ ਦੇਖ ਕੇ ਉਸ ਨੂੰ ਰੋਕ ਨਾ ਸਕੇ। ਉਹ ਨਾਲ ਹੀ ਤੁਰੀ ਤੇ ਉਹ ਆਪਣੇ ਰਾਜ ਤੋਂ ਬਾਹਰ ਹੋ ਗਏ। ਸਾਧੂ ਮੰਡਲੀ ਨਾਲ ਫਿਰਨ ਲੱਗੇ।